ਹੈਲੋ 9th ਕਲਾਸ ਕਿਵੇਂ ਹੋ ਰਾਜੇ ਸਾਰੇ। ਰਾਜੇ ਅੱਜ ਆਪਾਂ ਤੁਹਾਡੀ यूनिट 4 शुरू ਕਰਨ ਲੱਗੇ ਹਾਂ ਜਿਸ ਦਾ ਨਾਮ ਹੈ वर्ड प्रोसैसर। ठीक है, वर्ड प्रोसैसर ਨੂੰ ਆਪਾਂ ਕੀ ਕਹਿੰਦੇ ਆ MS वर्ड। ਤਾਂ ਅੱਜ ਆਪਾਂ ਇਸ ਦੇ ਵਿੱਚ बेसिक ऑफ MS वर्ड ਬਾਰੇ ਸਿੱਖਾਂਗੇ। ਤਾਂ ਫਸਟ ਆਫ ਆਲ ਆਪਾਂ ਇਸ यूनिट ਦੀ ਇੰਟਰੋਡਕਸ਼ਨ ਕਰਾਂਗੇ ਵੀ ਇਸ यूनिट ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ। ਤਾਂ ਰਾਜੇ ਇਸ ਦੇ ਵਿੱਚ ਦੇਖੋ ਆਪਣੇ ਕੋਲ 20 ਸੈਸ਼ਨਸ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ वर्ड प्रोसैसर ਨੂੰ ਕਿਵੇਂ ਸ਼ੁਰੂ ਕਰਨਾ ਹੈ, ਹਾਊ ਟੂ ਸਟਾਰਟ MS वर्ड। ठीक है, ਤਾਂ ਉਸ ਬਾਰੇ ਅਸੀਂ ਜਾਣਾਂਗੇ ਕਿ ਇੱਕ वर्ड प्रोसैसर ਨੂੰ ਅਸੀਂ ਕਿਵੇਂ ਸ਼ੁਰੂ ਕਰ ਸਕਦੇ ਹਾਂ, ਕਿਹੜੇ ਤਰੀਕਿਆਂ ਨਾਲ ਅਸੀਂ MS वर्ड ਨੂੰ ਸ਼ੁਰੂ ਕਰ ਸਕਦੇ ਹਾਂ। ਉਸ ਤੋਂ ਬਾਅਦ ਇੱਕ ਅਗਲਾ ਜੋ ਸੈਸ਼ਨ ਹੈ ਉਹ ਹੈ ਡਾਕੂਮੈਂਟ ਨੂੰ ਸੇਵ ਅਤੇ ਐਡਿਟ ਕਰਨਾ। ਤਾਂ ਇਸ ਦੇ ਵਿੱਚ ਅਸੀਂ ਕੀ ਦੇਖਾਂਗੇ ਵੀ ਅਸੀਂ ਇੱਕ ਡਾਕੂਮੈਂਟ ਨੂੰ ਕਿਵੇਂ ਸੇਵ ਕਰਦੇ ਹਾਂ ਅਤੇ ਕਿਵੇਂ ਐਡਿਟ ਕਰਦੇ ਹਾਂ। ਤਾਂ ਉਸੇ ਤਰ੍ਹਾਂ ਹੀ ਸਾਡੇ ਰਾਜੇ ਹੋਰ ਵੀ ਚੈਪਟਰ ਨੇ ਜਿਹੜੇ ਕਿ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਨੇ, ਹੈਗੇ ਵੀ ਛੋਟੇ ਨੇ। ਤਾਂ ਤੁਸੀਂ ਇਹਨਾਂ ਨੂੰ ਆਸਾਨੀ ਦੇ ਨਾਲ ਸਮਝ ਸਕਦੇ ਹੋ ਅਤੇ ਪ੍ਰੈਕਟੀਕਲ ਵੀ ਕਰ ਸਕਦੇ ਹੋ। ਅਗਰ ਆਪਾਂ ਫਸਟ ਚੈਪਟਰ ਦੀ ਜਾਂ ਸੈਸ਼ਨ ਦੀ ਗੱਲ ਕਰੀਏ ਤਾਂ ਜੋ ਸਾਡਾ ਫਸਟ ਸੈਸ਼ਨ ਹੈ ਉਹ ਹੈ वर्ड प्रोसैसर ਨਾਲ ਸ਼ੁਰੂ ਕਰਨਾ। ਠੀਕ ਹੈ, ਆਪਾਂ ਇੱਕ MS वर्ड ਨੂੰ ਕਿਵੇਂ ਸ਼ੁਰੂ ਕਰਦੇ ਹਾਂ। ਠੀਕ ਹੈ, ਤਾਂ ਫਸਟ ਆਫ ਆਲ ਪਹਿਲਾਂ ਤਾਂ ਇਹੀ ਜਾਣਾਂਗੇ ਵੀ ਸਾਨੂੰ वर्ड प्रोसैसर ਦੀ ਲੋੜ ਕੀ ਆ, ਕਿਉਂ ਅਸੀਂ वर्ड प्रोसैसर ਨੂੰ ਯੂਜ਼ ਕਰ ਰਹੇ ਹਾਂ। ਤਾਂ ਉਸ ਦੇ ਲਈ ਪਹਿਲਾਂ ਜਦੋਂ ਅਸੀਂ वर्ड प्रोसैसर ਨੂੰ ਨਹੀਂ ਯੂਜ਼ ਕਰਦੇ ਸੀ ਤਾਂ ਅਸੀਂ ਪਹਿਲਾਂ ਉਹ ਚੀਜ਼ ਦੇ ਉੱਤੇ ਧਿਆਨ ਦੇਵਾਂਗੇ। ਜਦੋਂ ਆਪਾਂ ਰਾਜੇ वर्ड प्रोसैसर ਨੂੰ ਯੂਜ਼ ਨਹੀਂ ਕਰਦੇ ਸੀ ਉਦੋਂ ਅਸੀਂ ਕੀ ਯੂਜ਼ ਕਰਦੇ ਸੀ, ਪੈਨ ਅਤੇ ਪੇਪਰ। ਠੀਕ ਹੈ, ਜੋ ਵੀ ਅਸੀਂ ਚੀਜ਼ ਲਿਖਣੀ ਸੀ ਉਹ ਪੈਨ ਅਤੇ ਪੇਪਰ 'ਤੇ ਲਿਖਦੇ ਸੀ। ਬਟ ਜਦੋਂ ਹੀ ਟੈਕਨੋਲੋਜੀ ਵਧੀ ਜਾਂ ਚੇਂਜ ਹੋਈ ਤਾਂ ਆਪਾਂ ਉਸ ਤੋਂ ਬਾਅਦ ਕੀ ਯੂਜ਼ ਕਰਨ ਲੱਗੇ, वर्ड प्रोसैसर ਯੂਜ਼ ਕਰਨ ਲੱਗੇ ਕਿਉਂਕਿ ਇਸ ਦੇ ਵਿੱਚ ਅਸੀਂ ਡਾਕੂਮੈਂਟ ਬਣਾਉਂਦੇ ਸੀ। ਠੀਕ ਹੈ, ਤਾਂ ਜੋ वर्ड प्रोसैसर ਦਾ ਜੋ ਪੇਜ ਹੁੰਦਾ ਹੈ ਉਸਨੂੰ ਆਪਾਂ ਕੀ ਕਹਿੰਦੇ ਹਾਂ, ਡਾਕੂਮੈਂਟ। ਕੀ ਕਹਿੰਦੇ ਆ ਤਾਂ ਡਾਕੂਮੈਂਟ। ਤਾਂ वर्ड प्रोसैसर ਦੇ ਵਿੱਚ ਸਾਨੂੰ ਕੁਝ ਫਾਇਦੇ ਮਿਲੇ ਹੋਣਗੇ ਤਾਂ ਹੀ ਆਪਾਂ वर्ड प्रोसैसर ਯੂਜ਼ ਕਰ ਰਹੇ ਹਾਂ। ਤਾਂ ਉਹ ਫਾਇਦੇ ਕੀ ਸੀ, ਜਦੋਂ ਵੀ ਆਪਾਂ ਕਹਿੰਦੇ वर्ड प्रोसैसर ਯੂਜ਼ ਕਰਦੇ ਸੀ ਤਾਂ ਉਸ ਦੇ ਵਿੱਚ ਇੱਕ ਲਚਕ ਹੁੰਦੀ ਸੀ, ਉਹ ਸੁਖਾਲਾ ਹੁੰਦਾ ਸੀ ਅਤੇ ਉਸ ਦੇ ਵਿੱਚ ਸਫਾਈ ਅਤੇ ਗਤੀ ਹੁੰਦੀ ਸੀ। ਇਸ ਕਰਕੇ ਅਸੀਂ वर्ड प्रोसैसर ਨੂੰ ਯੂਜ਼ ਕਰਦੇ ਸੀ। ਤੁਹਾਨੂੰ ਇੱਕ ਗੱਲ ਤਾਂ ਪਤਾ ਹੀ ਹੈ ਕਿ ਜਦੋਂ ਵੀ ਆਪਾਂ ਪੈਨ ਅਤੇ ਪੇਪਰ ਯੂਜ਼ ਕਰਦੇ ਹਾਂ ਤਾਂ ਆਪਾਂ ਕਦੇ ਵੀ ਸਾਫ਼ ਨਹੀਂ ਲਿਖ ਪਾਉਂਦੇ, ਕਿਤੇ ਨਾ ਕਿਤੇ ਜਾ ਕੇ ਸਾਡੇ ਕੋਲ ਗਲਤੀ ਹੋ ਹੀ ਜਾਂਦੀ ਹੈ। ਤਾਂ ਫਿਰ ਅਸੀਂ ਉਸ ਗਲਤੀ ਨੂੰ ਕੱਟ ਕਰਕੇ ਉਸ ਦੀ ਜਗ੍ਹਾ ਨਵਾਂ ਵਰਡ ਲਿਖਦੇ ਹਾਂ। ਤਾਂ ਇਸ ਤਰ੍ਹਾਂ ਦੀ ਗਲਤੀਆਂ ਤੋਂ ਬਚਣ ਲਈ ਅਸੀਂ ਕੀ ਯੂਜ਼ ਕਰਨ ਲੱਗ ਗਏ, वर्ड प्रोसैसर, ਜੋ ਕਿ ਇੱਕ ਸਾਡਾ ਸੌਫਟਵੇਅਰ ਹੈ। ਇੱਕ ਸੌਫਟਵੇਅਰ ਦੀ ਤਰ੍ਹਾਂ ਇੱਕ ਕੰਮ ਕਰਦਾ ਹੈ। ਇੱਕ ਸੌਫਟਵੇਅਰ ਦੇ ਵਿੱਚ ਸਾਡੇ ਲਈ ਇੱਕ ਪੇਪਰ ਅਤੇ ਪੈਨ ਹੈ ਜਿਸ ਦੇ ਰਾਹੀਂ ਅਸੀਂ ਕੰਮ ਕਰ ਸਕਦੇ ਹਾਂ। ਉਸ ਤੋਂ ਇਲਾਵਾ ਸਾਡੇ ਕੋਲ ਇਸ ਦੇ ਬਹੁਤ ਸਾਰੇ ਲਾਭ ਨੇ, ਇਸ ਕਰਕੇ ਅਸੀਂ वर्ड प्रोसैसर ਨੂੰ ਵਰਤਣਾ ਸ਼ੁਰੂ ਕੀਤਾ। ਜਿਵੇਂ ਕਿ ਇਸ ਦੇ ਵਿੱਚ ਕੀ ਹੈ, ਅਸੀਂ ਜਦੋਂ ਵੀ ਕੋਈ ਡਾਕੂਮੈਂਟ ਲਿਖਦੇ ਹਾਂ ਤਾਂ ਉਸ ਦੀ ਵਰਤੋਂ ਅਸੀਂ ਮੀਨਸ ਜੋ वर्ड प्रोसैसर ਹੈ ਉਸ ਦੀ ਵਰਤੋਂ ਅਸੀਂ ਕਿਸ ਚੀਜ਼ ਲਈ ਕਰਦੇ ਹਾਂ, ਜਿਵੇਂ ਕਿ ਆਰਟੀਕਲ ਹੋ ਗਿਆ, ਕੋਈ ਪੱਤਰ ਹੋ ਗਿਆ, ਕੋਈ ਬਾਇਓਡਾਟਾ ਲਿਖਣਾ ਹੈ ਤੁਸੀਂ। ਠੀਕ ਹੈ, ਕੋਈ ਰਿਪੋਰਟ ਬਣਾਉਣੀ ਹੈ, ਤੁਸੀਂ ਕੋਈ ਕਵਿਤਾ ਲਿਖਣੀ ਹੈ ਜਾਂ ਕੋਈ ਪੋਸਟਰ ਬਣਾਉਣਾ ਹੈ। ਇਹਨਾਂ ਸਾਰੇ ਕੰਮਾਂ ਲਈ ਤੁਸੀਂ ਕੀ ਯੂਜ਼ ਕਰ ਸਕਦੇ ਹੋ ਰਾਜੇ, वर्ड प्रोसैसर ਨੂੰ ਯੂਜ਼ ਕਰ ਸਕਦੇ ਹੋ। ਉਸ ਤੋਂ ਇਲਾਵਾ वर्ड प्रोसैसर ਹੋਰ ਵੀ ਬਹੁਤ ਕੰਮਾਂ ਲਈ ਵਧੀਆ ਹੈ, ਜਿਵੇਂ ਕਿ ਗਲਤੀਆਂ ਕੱਢਣਾ। ਜਦੋਂ ਵੀ ਸਾਡੇ ਕੋਈ ਸਪੈਲਿੰਗ ਮਿਸਟੇਕ ਹੋ ਜਾਂਦੀ ਹੈ ਤਾਂ ਅਸੀਂ वर्ड प्रोसैसर ਦੀ ਹੈਲਪ ਨਾਲ ਉਸਨੂੰ ਸੈੱਟ ਕਰ ਸਕਦੇ ਹਾਂ, ਚੈੱਕ ਕਰ ਸਕਦੇ ਹਾਂ ਵੀ ਕਿਹੜਾ ਵਰਡ ਅਸੀਂ ਗਲਤ ਲਿਖਿਆ ਹੈ। ਠੀਕ ਹੈ, ਤਾਂ ਤੁਹਾਨੂੰ ਇੰਨਾ ਤਾਂ ਪਤਾ ਹੀ ਹੈ ਵੀ ਜਦੋਂ ਵੀ ਆਪਾਂ वर्ड प्रोसैसर ਸ਼ੁਰੂ ਕਰਦੇ ਹਾਂ, ਅਗਰ ਕੁਛ ਟਾਈਪ ਕਰਦੇ ਹਾਂ ਉਹਦੇ ਨੀਚੇ ਰੈੱਡ ਲਾਈਨ ਆ ਜਾਂਦੀ ਹੈ। ਤਾਂ ਰੈੱਡ ਲਾਈਨ ਦਾ ਮਤਲਬ ਕੀ ਹੁੰਦਾ, ਜਾਂ ਤਾਂ ਅਸੀਂ ਕੋਈ ਸਪੈਲਿੰਗ ਮਿਸਟੇਕ ਕੀਤੀ ਹੈ ਇਸ ਕਰਕੇ ਰੈੱਡ ਲਾਈਨ ਆ ਰਹੀ ਹੈ, ਤਾਂ ਅਸੀਂ ਉਸ ਦੇ ਰਾਹੀਂ ਹੀ ਆਪਣੀਆਂ ਜੋ ਸਪੈਲਿੰਗਸ ਨੇ ਉਹਨਾਂ ਨੂੰ ਸਹੀ ਕਰ ਸਕਦੇ ਹਾਂ। ਉਸ ਤੋਂ ਇਲਾਵਾ ਰਾਜੇ ਅਸੀਂ ਅਗਰ वर्ड ਡਾਕੂਮੈਂਟ ਦੇ ਵਿੱਚ ਕੋਈ ਵੀ ਸ਼ਬਦ ਜਾਂ ਵਾਕ ਜਾਂ ਪੈਰਾਗ੍ਰਾਫ ਨੂੰ ਇਨਸਰਟ ਕਰਦੇ ਹਾਂ ਤਾਂ ਉਸਨੂੰ ਅਸੀਂ ਓਵਰਰਾਈਟ ਕਰ ਸਕਦੇ ਹਾਂ। ਓਵਰਰਾਈਟ ਦਾ ਮਤਲਬ ਅਗਰ ਉਸਨੂੰ ਅਪਡੇਟ ਕਰ ਲਿਆ ਜਾਂ ਉਸ 'ਚ ਕੋਈ ਚੇਂਜਿਸ ਕਰਨੀਆਂ ਨੇ ਤਾਂ ਉਹ ਵੀ ਕਰ ਸਕਦੇ ਹਾਂ। ਇਸ ਦੇ ਨਾਲ ਕੀ ਹੁੰਦਾ ਹੈ, ਜੋ ਸਾਡਾ ਡਾਕੂਮੈਂਟ ਹੈ ਉਹ ਵਧੀਆ ਰਹਿੰਦਾ ਹੈ। ਠੀਕ ਹੈ, ਸਾਨੂੰ ਦੇਖਣ ਦੇ ਵਿੱਚ ਵਧੀਆ ਲੱਗਦਾ ਕਿਉਂਕਿ ਜੋ ਵੀ ਅਸੀਂ ਮਿਸਟੇਕ ਕੀਤੀ ਅਸੀਂ ਉਸਨੂੰ ਓਵਰਕਮ ਕਰ ਲੈਂਦੇ ਹਾਂ। ਅਤੇ ਜਿਹੜਾ ਇਹ ਪ੍ਰੋਸੈਸ ਹੁੰਦਾ ਹੈ ਇਸਨੂੰ ਅਸੀਂ ਕੀ ਕਹਿੰਦੇ ਹਾਂ ਰਾਜੇ, ਐਡੀਟਿੰਗ ਕਹਿੰਦੇ ਹਾਂ। ਜਦੋਂ ਵੀ ਅਸੀਂ ਕਿਸੇ ਪੁਰਾਣੇ ਟੈਕਸਟ ਦੀ ਥਾਂ 'ਤੇ ਕੁਛ ਨਵੀਂ ਚੀਜ਼ ਐਡ ਕਰਦੇ ਹਾਂ ਜਾਂ ਕੋਈ ਨਵਾਂ ਟੈਕਸਟ ਐਡ ਕਰਦੇ ਹਾਂ ਉਹਨੂੰ ਆਪਾਂ ਐਡੀਟਿੰਗ ਕਹਿੰਦੇ ਹਾਂ। ਲਾਈਕ ਤੁਸੀਂ ਮਾਈ ਸਕੂਲ ਲਿਖਿਆ ਹੈ ਤਾਂ ਮਾਈ ਸਕੂਲ ਦੇ ਵਿੱਚ ਤੁਹਾਨੇ ਪਹਿਲਾਂ ਕੋਈ ਹੋਰ ਲਾਈਨ ਲਿਖੀ ਤਾਂ ਥੋੜ੍ਹੇ ਟਾਈਮ ਬਾਅਦ ਤੁਹਾਨੂੰ ਲੱਗਿਆ ਨਹੀਂ ਇੱਥੇ ਤਾਂ ਆਹ ਵਾਲੀ ਲਾਈਨ ਜ਼ਿਆਦਾ ਵਧੀਆ ਲੱਗਦੀ ਸੀ,
ਤਾਂ ਤੁਸੀਂ ਉਸਨੂੰ ਚੇਂਜ ਕਰਦੇ ਆ ਤਾਂ ਉਸ ਚੀਜ਼ ਨੂੰ ਅਸੀਂ ਕੀ ਕਹਾਂਗੇ, ਐਡੀਟਿੰਗ ਕਹਾਂਗੇ। ਉਸ ਤੋਂ ਇਲਾਵਾ ਰਾਜੇ ਇਸ ਦਾ ਅਗਲਾ ਫਾਇਦਾ ਇਹ ਹੈ ਕਿ ਅਸੀਂ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹਾਂ। ਜੋ ਵੀ ਅਸੀਂ ਸੌਫਟ ਕਾਪੀ ਦੇ ਵਿੱਚ ਕੰਮ ਕੀਤਾ ਹੈ ਅਸੀਂ ਉਹਨੂੰ ਐਜ਼ ਏ ਹਾਰਡ ਕਾਪੀ ਰੱਖ ਸਕਦੇ ਹਾਂ। ਜਿਵੇਂ ਤੁਸੀਂ ਕੋਈ ਅਸਾਈਨਮੈਂਟ ਬਣਾ ਰਹੇ ਹੋ ਆਪਣੇ ਵਰਡ ਡਾਕੂਮੈਂਟ ਦੇ ਵਿੱਚ ਤਾਂ ਐਂਡ ਦੇ ਵਿੱਚ ਤੁਸੀਂ ਉਸ ਦਾ ਪ੍ਰਿੰਟ ਆਊਟ ਲੈ ਸਕਦੇ ਹੋ ਅਤੇ ਉਸਨੂੰ ਆਪਣੇ ਕੰਮ ਦੇ ਵਿੱਚ ਯੂਜ਼ ਕਰ ਸਕਦੇ ਹੋ ਅਤੇ ਉਸਨੂੰ ਸੇਵ ਵੀ ਕਰਕੇ ਰੱਖ ਸਕਦੇ ਹੋ। ਕਈ ਵਾਰ ਰਾਜੀ ਇੱਦਾਂ ਵੀ ਹੁੰਦਾ ਹੈ ਕਿ ਜਦੋਂ ਅਸੀਂ ਕੋਈ ਪ੍ਰਿੰਟ ਆਊਟ ਕੱਢਦੇ ਹਾਂ ਤਾਂ ਉਸ ਦੀ ਸਿਆਹੀ ਹੈ ਜੋ ਫਿੱਕੀ ਹੋ ਸਕਦੀ ਹੈ ਜਾਂ ਉਸਦੇ ਗੁੰਮ ਜਾਣ ਦਾ ਵੀ ਡਰ ਹੈ। ਮੰਨ ਲਓ ਤੁਸੀਂ ਇੱਕ ਪ੍ਰਿੰਟ ਆਊਟ ਕੱਢਿਆ ਤਾਂ ਉਸਦੇ ਗੁੰਮ ਜਾਣ ਦਾ ਡਰ ਹੈ। ਇਸ ਕਰਕੇ ਤੁਸੀਂ ਇੱਕ ਕਾਪੀ ਦੀਆਂ ਨੰਬਰ ਆਫ ਕਾਪੀਆਂ ਵੀ ਕੱਢ ਸਕਦੇ ਹੋ। ਤੁਸੀਂ 7 ਕੱਢ ਸਕਦੇ ਹੋ, 8 ਕੱਢ ਸਕਦੇ ਹੋ, ਜਿੰਨਾ ਤੁਹਾਡਾ ਦਿਲ ਕਰਦਾ ਗਾ। ਉਸ ਤੋਂ ਅਗਲਾ ਫਾਇਦਾ ਰਾਜੇ ਇਹ ਹੈ ਕਿ ਅਸੀਂ ਡਾਕੂਮੈਂਟ ਦੇ ਵਿੱਚ ਅੱਖਰਾਂ ਦੇ ਸਾਈਜ਼ ਨੂੰ ਬਦਲ ਸਕਦੇ ਹਾਂ। ਸਾਡਾ ਦਿਲ ਕਰਦਾ ਹੈ ਤਾਂ ਅਸੀਂ ਉਸ ਦਾ ਸਾਈਜ਼ ਚੇਂਜ ਕਰ ਸਕਦੇ ਹਾਂ। ਕਿਸੇ ਵੀ ਅੱਖਰ ਦਾ ਅਸੀਂ ਸਾਈਜ਼ ਬਦਲ ਸਕਦੇ ਹਾਂ। ਅਗਰ ਉਸਨੂੰ ਗੂੜਾ ਕਰਨਾ ਹੈ, ਗੂੜੇ ਨੂੰ ਅਸੀਂ ਕੀ ਕਹਿੰਦੇ ਹਾਂ, ਬੋਲਡ ਕਰਨਾ ਹੈ ਤਾਂ ਅਸੀਂ ਉਸਨੂੰ ਬੋਲਡ ਵੀ ਕਰ ਸਕਦੇ ਹਾਂ, ਇਟੈਲਿਕ ਜਾਂ ਅੰਡਰਲਾਈਨ ਵੀ ਕਰ ਸਕਦੇ ਹਾਂ। ਠੀਕ ਹੈ, ਉਸੇ ਤਰ੍ਹਾਂ ਅਸੀਂ ਆਪਣੇ ਪੇਜਾਂ ਦੇ ਉੱਤੇ ਹੈਡਰ ਅਤੇ ਫੂਟਰ ਜਾਂ ਪੇਜ ਨੰਬਰ ਵੀ ਦਾਖਲ ਕਰ ਸਕਦੇ ਹਾਂ। ਅਗਰ ਕੋਈ ਹੈਡਿੰਗ ਲਗਾਉਣੀ ਹੈ ਤੁਸੀਂ ਤਾਂ ਹੈਡ ਐਂਡ ਫੂਟਰ ਦੀ ਵਰਤੋਂ ਕਰ ਸਕਦੇ ਹੋ, ਪੇਜ ਨੰਬਰ ਵੀ ਲਗਾ ਸਕਦੇ ਹੋ। ਅਗਰ ਡਾਕੂਮੈਂਟ ਦੇ ਵਿੱਚ ਕੋਈ ਟੇਬਲ ਤਿਆਰ ਕਰਨਾ ਹੈ ਤਾਂ ਤੁਸੀਂ ਟੇਬਲ ਵੀ ਬਣਾ ਸਕਦੇ ਹੋ। ਅਗਰ ਕੋਈ ਫੋਟੋ ਲਗਾਉਣੀ ਹੈ ਤਾਂ ਉਹ ਵੀ ਲਗਾ ਸਕਦੇ ਹੋ। ਤਾਂ ਬੱਚਿਓ ਅਗਰ ਸਾਡੇ ਕੋਲ ਵਰਡ ਡਾਕੂਮੈਂਟ ਦੇ ਵਿੱਚ ਇੰਨੇ ਜ਼ਿਆਦਾ ਫਾਇਦੇ ਨੇ ਤਾਂ ਅਸੀਂ ਇਸ ਨੂੰ ਕਿਉਂ ਨਹੀਂ ਯੂਜ਼ ਕਰਾਂਗੇ। ਡੈਫੀਨੇਟਲੀ ਅਸੀਂ ਇਸ ਨੂੰ ਯੂਜ਼ ਕਰਾਂਗੇ ਕਿਉਂਕਿ ਅਸੀਂ ਇੱਕ ਕਾਪੀ ਪੈਨ ਤੱਕ ਤਾਂ ਸੀਮਿਤ ਰਹਿਣਾ ਨਹੀਂ ਹੈਗਾ ਨਾ, ਆਪਾਂ ਅੱਗੇ ਵੀ ਵਧਣਾ ਗਾ। ਇਸ ਕਰਕੇ ਅਸੀਂ ਫਿਊਚਰ ਲਈ ਜਾਂ ਆਪਣੀ ਜੋ ਪ੍ਰੈਜ਼ੈਂਟ ਲਾਈਫ ਹੈ ਉਸ ਦੇ ਲਈ MS ਵਰਡ ਨੂੰ ਜ਼ਰੂਰ ਯੂਜ਼ ਕਰਾਂਗੇ। ਉਸ ਤੋਂ ਬਾਅਦ ਰਾਜੀ ਅੱਗੇ ਆਪਾਂ ਸੌਫਟਵੇਅਰ ਦੀ ਗੱਲ ਕਰੀਏ ਵੀ ਸਾਡੇ ਕੋਲ ਕਿਹੜੇ ਸੌਫਟਵੇਅਰ ਹਨ ਜਿਨ੍ਹਾਂ ਰਾਹੀਂ ਅਸੀਂ MS ਵਰਡ ਨੂੰ ਯੂਜ਼ ਕਰ ਸਕਦੇ ਹਾਂ। ਤਾਂ ਆਪਣੇ ਕੋਲ ਰਾਜੀ ਜਿਵੇਂ ਓਪਨ ਆਫਿਸ ਹੋ ਗਿਆ, ਠੀਕ ਹੈ। ਤਾਂ ਓਪਨ ਆਫਿਸ ਜੋ ਹੁੰਦਾ ਹੈ ਇਸ ਦੇ ਵਿੱਚ ਵੀ ਅਸੀਂ MS ਵਰਡ ਦਾ ਕੰਮ ਕਰ ਸਕਦੇ ਹਾਂ। ਇਹ ਡੈਸਕਟਾਪ ਆਧਾਰਿਤ ਹੁੰਦਾ ਹੈ। ਇਸ ਦੇ ਸੌਫਟਵੇਅਰ ਨੂੰ ਆਪਾਂ ਇੰਸਟਾਲ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਕੰਮ ਕਰ ਸਕਦੇ ਹਾਂ। ਉਸੇ ਤਰ੍ਹਾਂ MS ਵਰਡ ਵੀ ਹੁੰਦਾ ਹੈ ਰਾਜੇ, ਇਹ ਵੀ ਡੈਸਕਟਾਪ ਆਧਾਰਿਤ ਹੁੰਦਾ ਹੈ, ਯਾਨੀ ਕਿ ਅਸੀਂ ਇਹਨੂੰ ਆਫਲਾਈਨ ਚਲਾ ਸਕਦੇ ਹਾਂ। ਉਸ ਤੋਂ ਬਾਅਦ ਰਾਜੇ ਗੂਗਲ ਡਾਕੂਮੈਂਟ ਹੁੰਦਾ ਹੈ, ਠੀਕ ਹੈ। ਗੂਗਲ ਡਾਕੂਮੈਂਟ ਕੀ ਹੁੰਦਾ ਹੈ, ਇਹ ਇੰਟਰਨੈਟ 'ਤੇ ਚੱਲਦਾ ਹੈ। ਅਗਰ ਤੁਹਾਡੀ ਕੋਈ Gmail ID ਬਣੀ ਹੈ ਤਾਂ ਤੁਸੀਂ ਆਪਣੇ ਗੂਗਲ ਡਾਕੂਮੈਂਟ 'ਤੇ ਵੀ ਕੰਮ ਕਰ ਸਕਦੇ ਹੋ। ਇਸ ਦਾ ਇੱਕ ਫਾਇਦਾ ਇਹ ਹੈ ਕਿ ਇਹ ਆਪਣੇ ਆਪ ਹੀ ਸੇਵ ਹੁੰਦਾ ਰਹਿੰਦਾ ਹੈ ਜਦੋਂ ਅਸੀਂ ਕੰਮ ਕਰਦੇ ਰਹਿੰਦੇ ਹਾਂ। ਇਸ ਦੇ ਵਿੱਚ ਵੀ ਨੰਬਰ ਆਫ ਫੀਚਰਸ ਨੇ ਜੋ ਕਿ ਬਹੁਤ ਹੀ ਫਾਇਦੇਮੰਦ ਹੁੰਦੀਆਂ ਨੇ, ਬਟ ਇਹ ਆ ਕਿ ਇਸ ਦੇ ਲਈ ਸਾਡੇ ਕੋਲ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਨੈਕਸਟ ਰਾਜੇ ਗੱਲ ਆ ਜਾਂਦੀ ਹੈ ਕਿ ਅਸੀਂ ਇੱਕ MS ਵਰਡ ਨੂੰ ਚਲਾਉਣਾ ਕਿਵੇਂ ਆ। ਅਗਰ ਸਾਡੇ ਕੋਲ MS ਵਰਡ ਦਾ ਆਈਕਨ ਡੈਸਕਟਾਪ ਦੇ ਉੱਤੇ ਹੈਗਾ ਤਾਂ ਅਸੀਂ ਡਬਲ ਕਲਿੱਕ ਕਰਕੇ ਉਸ ਨੂੰ ਔਨ ਕਰ ਸਕਦੇ ਹਾਂ, ਠੀਕ ਹੈ। ਅਗਰ ਨਹੀਂ ਹੈਗਾ ਤਾਂ ਆਪਾਂ ਕਿੱਥੇ ਜਾਵਾਂਗੇ, ਸਟਾਰਟ ਬਟਨ 'ਤੇ ਜਾਵਾਂਗੇ, ਫਿਰ ਆਲ ਪ੍ਰੋਗਰਾਮ 'ਤੇ, ਫਿਰ ਮਾਈਕਰੋਸਾਫਟ ਆਫਿਸ 'ਤੇ, ਮਾਈਕਰੋਸਾਫਟ ਆਫਿਸ ਵਰਡ 'ਤੇ ਜਾਵਾਂਗੇ। ਤਾਂ ਇਸ ਤਰੀਕੇ ਨਾਲ ਅਸੀਂ ਆਪਣੇ MS ਵਰਡ ਨੂੰ ਸ਼ੁਰੂ ਕਰ ਸਕਦੇ ਹਾਂ। ਉਸ ਤੋਂ ਬਾਅਦ ਰਾਜੀ ਡਾਕੂਮੈਂਟ ਨੂੰ ਅਸੀਂ ਖੋਲ੍ਹਣਾ ਜਾਂ ਬਣਾਉਣਾ ਕਿਵੇਂ ਹੈ, ਤਾਂ ਉਸ ਦੇ ਲਈ ਆਪਾਂ ਪਹਿਲਾਂ ਪ੍ਰੈਕਟੀਕਲ ਕਰਾਂਗੇ। ਤਾਂ ਦੇਖਾਂਗੇ ਵੀ ਇੱਕ ਡਾਕੂਮੈਂਟ ਨੂੰ ਅਸੀਂ ਕਿਵੇਂ ਖੋਲ੍ਹ ਸਕਦੇ ਹਾਂ ਅਤੇ ਕਿਵੇਂ ਬਣਾ ਸਕਦੇ ਹਾਂ। ਓਕੇ, ਤਾਂ ਚਲੋ ਸਟੂਡੈਂਟਸ ਆਪਾਂ ਇੱਕ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਓਕੇ ਰਾਜੇ, ਦੇਖੋ ਜਿਵੇਂ ਤੁਸੀਂ ਹੁਣ ਦੇਖ ਰਹੇ ਹੋ ਕਿ ਮੇਰੇ ਕੋਲ ਇੱਕ ਡੈਸਕਟਾਪ ਓਪਨ ਹੈ। ਤਾਂ ਡੈਸਕਟਾਪ ਦੇ ਵਿੱਚ ਅਗਰ ਹੁਣ ਪਹਿਲਾਂ ਆਪਾਂ ਓਪਨ ਆਫਿਸ ਦੀ ਗੱਲ ਕਰੀਏ ਤਾਂ ਦੇਖੋ ਮੇਰੇ ਕੋਲ ਓਪਨ ਆਫਿਸ ਦਾ ਆਈਕਨ ਡੈਸਕਟਾਪ 'ਤੇ ਹੈਗਾ। ਅਗਰ ਮੈਂ ਇਸ 'ਤੇ ਡਬਲ ਕਲਿੱਕ ਕਰੂੰਗੀ ਤਾਂ ਅਸੀਂ ਆਪਣੇ ਡਾਕੂਮੈਂਟ ਨੂੰ ਓਪਨ ਕਰ ਸਕਦੇ ਹਾਂ, ਠੀਕ ਹੈ। ਤਾਂ ਇਸ ਦੇ ਵਿੱਚ ਤੁਸੀਂ ਨੈਕਸਟ ਡਾਕੂਮੈਂਟ 'ਤੇ ਜਦੋਂ ਜਾਓਗੇ ਤਾਂ ਤੁਸੀਂ ਜੋ ਹੈਗਾ ਡਾਕੂਮੈਂਟ ਦੇ ਵਿੱਚ ਕੰਮ ਕਰ ਸਕਦੇ ਹੋ। ਅਗਰ ਮੈਂ MS ਵਰਡ ਦੀ ਗੱਲ ਕਰਾਂ ਤਾਂ ਤੁਸੀਂ ਕੀ ਕਰੋਗੇ, ਸਟਾਰਟ ਬਟਨ 'ਤੇ ਜਾਓਗੇ, ਉਸ ਤੋਂ ਬਾਅਦ ਤੁਸੀਂ ਆਲ ਪ੍ਰੋਗਰਾਮਸ 'ਤੇ ਜਾਓਗੇ। ਜਦੋਂ ਤੁਸੀਂ ਆਲ ਪ੍ਰੋਗਰਾਮਸ 'ਤੇ ਜਾਂਦੇ ਹੋ ਤਾਂ ਤੁਸੀਂ ਆਪਣੇ MS ਵਰਡ ਨੂੰ ਤੁਸੀਂ ਲੱਭ ਸਕਦੇ ਹੋ। ਜਿਵੇਂ ਆਹ ਦੇਖੋ ਮਾਈਕਰੋਸਾਫਟ ਵਰਡ, ਠੀਕ ਹੈ, ਤੁਹਾਨੂੰ ਦਿਖ ਰਿਹਾ ਹੋਵੇਗਾ ਇਹ ਮਾਈਕਰੋਸਾਫਟ ਵਰਡ ਹੈ। ਇਸ ਦੇ ਉੱਤੇ ਅਗਰ ਅਸੀਂ ਕਲਿੱਕ ਕਰਾਂਗੇ ਤਾਂ ਅਸੀਂ ਇਸ ਨੂੰ ਔਨ ਕਰ ਲਾਂਗੇ, ਠੀਕ। ਅਗਰ ਰਾਜੇ ਅਸੀਂ ਆਪਣੇ ਕੀਬੋਰਡ ਤੋਂ ਵਿੰਡੋ ਕੀ ਪਲੱਸ R ਕੀ ਨੂੰ ਪ੍ਰੈਸ ਕਰਾਂਗੇ ਤਾਂ ਸਾਡੇ ਕੋਲ ਇੱਕ ਰਨ ਬਾਕਸ ਓਪਨ ਹੋ ਜਾਂਦਾ ਹੈ। ਤਾਂ ਰਨ ਬਾਕਸ ਦੇ ਵਿੱਚ ਜਦੋਂ ਮੈਂ ਵਿਨ ਵਰਡ ਟਾਈਪ ਕਰਾਂਗੀ ਤਾਂ ਮੇਰੇ ਕੋਲ ਸਿੱਧਾ ਹੀ MS ਵਰਡ ਦਾ ਪੇਜ ਓਪਨ ਹੋ ਜਾਵੇਗਾ, ਠੀਕ ਹੈ।
ਤਾਂ ਤੁਸੀਂ ਕਿਹੜੀ ਕੀ याद रखनी है, विंडो की प्लस R फॉर रन। तो ਜਦੋਂ ਤੁਸੀਂ ਇਸ ਕੀ ਨੂੰ ਓਪਨ ਕਰੋਗੇ ਤਾਂ ਤੁਹਾਡੇ ਕੋਲ ਇੱਕ ਰਨ ਬਾਕਸ ਓਪਨ ਹੋਵੇਗਾ ਜਿਸ ਦੇ ਵਿੱਚ ਤੁਸੀਂ ਵਿਨ ਵਰਡ ਟਾਈਪ ਕਰ ਸਕਦੇ ਹੋ। ਠੀਕ ਹੈ, ਵਿਨ ਵਰਡ ਜਦੋਂ ਤੁਸੀਂ ਟਾਈਪ ਕਰੋਗੇ ਤਾਂ ਤੁਹਾਡੇ ਕੋਲ ਕੀ ਹੈ, ਇੱਕ ਤੁਹਾਡਾ ਜੋ ਡਾਕੂਮੈਂਟ ਹੈ ਉਸ ਦਾ ਪੇਜ ਓਪਨ ਹੋ ਜਾਵੇਗਾ। ਉਸ ਤੋਂ ਬਾਅਦ ਰਾਜੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਹੁਣ MS ਵਰਡ ਦਾ ਪੇਜ ਹੈ ਜੋ ਓਪਨ ਹੋ ਚੁੱਕਿਆ ਹੈ, ਇੱਕ ਡਾਕੂਮੈਂਟ ਪੇਜ ਓਪਨ ਹੋ ਚੁੱਕਿਆ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਹੁੰਦਾ ਕੀ ਹੈ। ਠੀਕ ਹੈ, ਤਾਂ ਫਸਟ ਅਗਰ ਆਪਾਂ ਗੱਲ ਕਰੀਏ ਇਹ ਵਾਲੀ ਬਾਰ ਦੀ ਜਿਸ ਨੂੰ ਅਸੀਂ ਕੀ ਕਹਿੰਦੇ ਆ, ਟਾਈਟਲ ਬਾਰ। ਠੀਕ ਹੈ, ਜੋ ਇਹ ਰੈੱਡ ਕਲਰ ਦੀ ਬਾਰ ਹੁੰਦੀ ਹੈ ਇਸ ਨੂੰ ਅਸੀਂ ਟਾਈਟਲ ਬਾਰ ਕਹਿੰਦੇ ਆ। ਜੋ ਵੀ ਤੁਸੀਂ ਆਪਣੇ ਡਾਕੂਮੈਂਟ ਦਾ ਨਾਮ ਲਿਖੋਗੇ ਉਹ ਤੁਹਾਡਾ ਟਾਈਟਲ ਬਾਰ ਦੇ ਵਿੱਚ ਆਵੇਗਾ। ਠੀਕ ਹੈ, ਉਸ ਤੋਂ ਬਾਅਦ ਅਗਰ ਨੈਕਸਟ ਗੱਲ ਕਰੀਏ ਤਾਂ ਸਾਡੇ ਕੋਲ ਉਰੇ 3-4 ਬਟਨ ਹੋਰ ਹੁੰਦੇ ਨੇ ਜਿਸ ਦੇ ਵਿੱਚ ਸਾਡਾ ਸੇਵ ਦਾ ਬਟਨ ਹੁੰਦਾ ਹੈ, ਇੱਕ ਕੁਇਕ ਐਕਸੈਸ ਟੂਲ ਬਾਰ ਹੁੰਦੀ ਹੈ। ਜੋ ਵੀ ਅਸੀਂ ਆਪਸ਼ਨਸ ਨੂੰ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਕੁਇਕ ਐਕਸੈਸ ਟੂਲ ਬਾਰ 'ਤੇ ਕਲਿੱਕ ਕਰ ਸਕਦੇ ਹਾਂ। ਉਸੇ ਤਰ੍ਹਾਂ ਸਾਡੇ ਕੋਲ ਟੈਬਸ ਹੁੰਦੀਆਂ ਨੇ ਜੋ ਕਿ ਅਸੀਂ ਨੈਕਸਟ ਸੈਸ਼ਨ ਦੇ ਵਿੱਚ ਪੜਾਂਗੇ, ਤਾਂ ਮੈਂ ਤੁਹਾਨੂੰ ਹਜੇ ਟੈਬਸ ਬਾਰੇ ਨਹੀਂ ਦੱਸਾਂਗੀ। ਹਜੇ ਸਿਰਫ ਅਸੀਂ ਡਾਕੂਮੈਂਟ ਨੂੰ ਓਪਨ ਕਿਵੇਂ ਕਰਨਾ ਹੈ ਤੇ ਕਲੋਜ਼ ਕਿਵੇਂ ਕਰਨਾ ਹੈ ਉਸ ਬਾਰੇ ਦੇਖਾਂਗੇ। ਉਸ ਤੋਂ ਬਾਅਦ ਰਾਜੇ ਤੁਹਾਡਾ ਜੋ ਹੁਣ ਇਹ ਪੇਜ ਏਰੀਆ ਹੈ ਜਿਸ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ। ਇੱਕ ਇਹ ਸਾਡੇ ਕੋਲ ਰਾਜੇ ਰੂਲਰ ਹੁੰਦਾ ਹੈ ਜਿਸ ਦੇ ਵਿੱਚ ਅਸੀਂ ਸਪੇਸ ਵਗੈਰਾ ਸੈੱਟ ਕਰਨੀ ਹੈ। ਠੀਕ ਹੈ, ਕਿੰਨੀ ਸਪੇਸ ਆਉਣੀ ਚਾਹੀਦੀ ਹੈ ਉਹ ਸਾਰੀ ਅਸੀਂ ਇਸ ਦੇ ਵਿੱਚ ਸੈੱਟ ਕਰ ਸਕਦੇ ਹਾਂ। ਅੱਗੇ ਤੁਹਾਡੇ ਕੋਲ ਇੱਕ ਹੋਰ ਨੀਚੇ ਬਾਰ ਆ ਰਹੀ ਹੈ ਜਿਸ ਦੇ ਵਿੱਚ ਕੀ ਹੁੰਦਾ ਹੈ, ਪੇਜ 1 of 1। ਠੀਕ ਹੈ, ਵਰਡਸ ਜਿੰਨੇ ਵੀ ਤੁਸੀਂ ਇਸ ਦੇ ਵਿੱਚ ਵਰਡਸ ਵਗੈਰਾ ਲਿਖੋਗੇ ਉਹ ਤੁਸੀਂ ਐਡ ਕਰ ਸਕਦੇ ਹੋ ਪੇਜ ਦੇ ਵਿੱਚ। ਠੀਕ ਹੈ, ਜਿੰਨੇ ਵੀ ਤੁਸੀਂ ਪੇਜ ਐਡ ਕਰੋਗੇ ਤਾਂ ਤੁਸੀਂ ਉਰੇ ਦੇਖ ਸਕਦੇ ਹੋ ਕਿ ਮੇਰੇ ਕੋਲ ਕਿੰਨੇ ਪੇਜ ਨੇ। ਹੁਣ ਜਿਵੇਂ 1 of 1 ਆ ਰਿਹਾ, ਇਹਦਾ ਮਤਲਬ ਕੀ ਆ, ਇੱਕ ਪੇਜ ਹੈ। ਜਿੰਨੇ ਵੀ ਤੁਸੀਂ ਸ਼ਬਦ ਐਡ ਕਰੋਗੇ ਤਾਂ ਉਹ ਸਾਰੇ ਸ਼ਬਦ ਇਸ ਦੇ ਵਿੱਚ ਆਉਣਗੇ। ਠੀਕ ਹੈ, ਇਸ ਤੋਂ ਬਾਅਦ ਤੁਸੀਂ ਆਪਣੇ ਜੋ ਪੇਜ ਨੂੰ ਅਗਰ ਤੁਸੀਂ ਛੋਟਾ ਕਰਨਾ ਚਾਹੁੰਦੇ ਹੋ, ਮਤਲਬ ਜ਼ੂਮ ਇਨ ਕਰਨਾ ਚਾਹੁੰਦੇ ਹੋ ਜਾਂ ਜ਼ੂਮ ਆਊਟ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਕਰ ਸਕਦੇ ਹੋ। ਇਸ ਦੇ ਨਾਲ ਤੁਹਾਡਾ ਪੇਜ ਦੀ ਜੋ ਦਿੱਖ ਹੈ ਉਹ ਵੱਡੀ ਹੋ ਜਾਵੇਗੀ। ਓਕੇ ਰਾਜੇ, ਹੁਣ ਆਪਾਂ ਡਾਕੂਮੈਂਟ ਦੇ ਵਿੱਚ ਟਾਈਪ ਕਰਨਾ ਸਿੱਖਾਂਗੇ। ਤਾਂ ਅਸੀਂ ਇੱਕ ਡਾਕੂਮੈਂਟ ਦੇ ਵਿੱਚ ਟਾਈਪ ਕਿਵੇਂ ਕਰ ਸਕਦੇ ਹਾਂ, ਤਾਂ ਟਾਈਪ ਕਰਨ ਲਈ ਤੁਸੀਂ ਸਿਰਫ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ, ਜਿਵੇਂ ਤੁਸੀਂ ਮਾਈ ਸਕੂਲ ਲਿਖ ਰਹੇ ਹੋ ਤਾਂ ਤੁਸੀਂ ਮਾਈ ਸਕੂਲ ਲਿਖ ਸਕਦੇ ਹੋ। ਠੀਕ ਹੈ, ਤਾਂ ਮਾਈ ਸਕੂਲ ਨੂੰ ਲਿਖ ਕੇ ਉਸ ਤੋਂ ਬਾਅਦ ਤੁਸੀਂ ਅਗਰ ਸਿਲੈਕਟ ਕਰਦੇ ਹੋ ਉਹਨੂੰ ਵਿਚਾਲੇ ਕਰਨਾ ਚਾਹੁੰਦੇ ਹੋ ਤਾਂ ਇਸ ਬਟਨ ਤੋਂ ਤੁਸੀਂ ਵਿਚਾਲੇ ਕਰ ਸਕਦੇ ਹੋ, ਜਿਹਨੂੰ ਅਸੀਂ ਸੈਂਟਰ ਬਟਨ ਕਹਿੰਦੇ ਹਾਂ। ਠੀਕ ਹੈ, ਮਾਈ ਸਕੂਲ ਲਿਖ ਕੇ ਤੁਸੀਂ ਕੁਝ ਵੀ ਅਗਰ ਟਾਈਪ ਕਰਨਾ ਹੈ ਤਾਂ ਆਪਾਂ ਨੂੰ ਪਤਾ ਹੈ ਆਪਾਂ ਖੱਬੇ ਪਾਸੇ ਟਾਈਪ ਕਰਦੇ ਹਾਂ ਤਾਂ ਤੁਸੀਂ ਲੈਫਟ ਅਲਾਈਨਮੈਂਟ 'ਤੇ ਜਾ ਕੇ ਖੱਬੇ ਪਾਸੇ ਟਾਈਪ ਕਰ ਸਕਦੇ ਹੋ। ਜਿਵੇਂ ਤੁਸੀਂ ਉਰੇ ਆਪਣੇ ਸਕੂਲ ਬਾਰੇ ਕੁਝ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਲਿਖ ਸਕਦੇ ਹੋ ਮਾਈ ਸਕੂਲ ਨੇਮ ਇਜ਼। ਠੀਕ ਹੈ, ਤਾਂ ਰਾਜੇ ਦੇਖੋ ਹੁਣ ਆਪਾਂ ਆਪਣਾ ਇੱਕ ਡਾਕੂਮੈਂਟ ਦੇ ਵਿੱਚ ਕੁਝ ਟਾਈਪਿੰਗ ਕੀਤੀ ਆ। ਹੁਣ ਆਪਾਂ ਦੇਖਾਂਗੇ ਵੀ ਇਸਨੂੰ ਸੇਵ ਕਿਵੇਂ ਕਰਨਾ ਹੈ। ਸੇਵ ਕਰਨ ਦੇ ਲਈ ਤੁਸੀਂ ਰਾਜੇ ਕੀ ਕਰੋਗੇ, ਤੁਸੀਂ ਫਾਈਲ ਬਟਨ ਤੇ ਜਾਓਗੇ। ਠੀਕ ਹੈ, ਫਾਈਲ ਬਟਨ ਤੇ ਜਦੋਂ ਕਲਿੱਕ ਕਰੋਗੇ ਤਾਂ ਉੱਥੇ ਸੇਵ ਦੀ ਆਪਸ਼ਨ ਆ ਰਹੀ ਆ। ਜਦੋਂ ਆਪਾਂ ਸੇਵ ਬਟਨ ਤੇ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਸੇਵ ਐਜ਼ ਬਾਕਸ ਆਉਂਦਾ ਗਾ। ਇਸ ਦੇ ਵਿੱਚ ਜੋ ਬਾਈ ਡਿਫੋਲਟ ਤੁਹਾਡੀ ਫਾਈਲ ਦਾ ਨਾਮ ਆ ਰਿਹਾ ਹੈ ਉਹ ਆ ਰਿਹਾ ਹੈ ਮਾਈ ਸਕੂਲ, ਕਿਉਂਕਿ ਜੋ ਸਾਡਾ ਫਾਈਲ ਦਾ ਟਾਈਟਲ ਹੈ ਉਸਨੇ ਉਹੀ ਪਿਕ ਕਰ ਲਿਆ ਹੈ। ਤਾਂ ਆਪਾਂ ਨੂੰ ਚੇਂਜ ਕਰਕੇ ਕੁਝ ਵੀ ਜਿਵੇਂ ਆਪਣੀ ਫਾਈਲ ਦਾ ਨਾਮ ਚੇਂਜ ਕਰ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਤੁਸੀਂ ਦੇਖਣਾ ਹੈ ਕਿ ਮੈਂ ਆਪਣੀ ਫਾਈਲ ਨੂੰ ਕਿੱਥੇ ਸੇਵ ਕਰਨਾ ਹੈ। ਕਈ ਬੱਚੇ ਕੀ ਕਰਦੇ ਨੇ, ਸਿੱਧਾ ਸੇਵ 'ਤੇ ਕਲਿੱਕ ਕਰ ਦਿੰਦੇ ਨੇ, ਬਾਅਦ 'ਚ ਉਹਨਾਂ ਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਅਸੀਂ ਆਪਣੀ ਫਾਈਲ ਕਿੱਥੇ ਸੇਵ ਕੀਤੀ ਆ। ਤਾਂ ਤੁਸੀਂ ਆਪਣੀ ਲੋਕੇਸ਼ਨ ਦੇਖਣੀ ਹੈ ਵੀ ਤੁਸੀਂ ਉਸਨੂੰ ਕਿੱਥੇ ਸੇਵ ਕਰਨਾ ਚਾਹੁੰਦੇ ਹੋ, ਡੈਸਕਟਾਪ 'ਤੇ ਕਰਨਾ ਚਾਹੁੰਦੇ ਹੋ ਕਿ ਡਾਊਨਲੋਡਸ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਹੋ, ਜਾਂ ਕੋਈ ਤੁਸੀਂ ਅਲੱਗ ਤੋਂ ਡੈਸਕਟਾਪ 'ਤੇ ਫੋਲਡਰ ਬਣਾਇਆ ਹੈ ਉਸ ਵਿੱਚ ਸੇਵ ਕਰਨਾ ਚਾਹੁੰਦੇ ਹੋ ਕਿ ਡਾਕੂਮੈਂਟ ਦੇ ਵਿੱਚ। ਠੀਕ ਹੈ, ਜਿਵੇਂ ਹੁਣ ਆਪਾਂ ਡੈਸਕਟਾਪ 'ਤੇ ਇਸ ਨੂੰ ਸੇਵ ਕਰ ਦਾਂਗੇ। ਜਦੋਂ ਮੈਂ ਇਸ ਨੂੰ ਸੇਵ ਕਰੂੰਗੀ ਤਾਂ ਤੁਸੀਂ ਦੇਖੋਗੇ ਕਿ ਜੋ ਸਾਡਾ ਟਾਈਟਲ ਹੈ ਉਹ ਚੇਂਜ ਹੋ ਗਿਆ ਹੈ। ਉਹ ਕਿਸ ਨਾਮ 'ਤੇ ਆ ਗਿਆ ਹੈ, IT ਕਲਾਸ ਦੇ। ਮੀਨਸ ਸਾਡੀ ਫਾਈਲ ਕੀ ਹੋ ਗਈ ਹੈ, ਸੇਵ ਹੋ ਚੁੱਕੀ ਹੈ। ਠੀਕ ਹੈ, ਸੇਵ ਕਰਨ ਤੋਂ ਬਾਅਦ ਆਪਾਂ ਕੀ ਕਰਾਂਗੇ, ਇਸ ਨੂੰ ਕਲੋਜ਼ ਕਰਾਂਗੇ। ਠੀਕ ਹੈ, ਤਾਂ ਕਲੋਜ਼ ਕਰਨ ਦੇ ਲਈ ਆਪਾਂ ਇਸ ਵਾਲੇ ਬਟਨ 'ਤੇ ਜਾਵਾਂਗੇ ਜਿਸ ਨੂੰ ਕਲੋਜ਼ ਬਟਨ ਕਹਿੰਦੇ ਹਾਂ ਆਪਾਂ। ਇਸ ਦੇ ਉੱਤੇ 3 ਬਟਨ ਹੁੰਦੇ ਆ ਸਾਡੇ ਕੋਲ, ਮਿਨੀਮਾਈਜ਼, ਠੀਕ ਹੈ, ਰੀਸਟੋਰ ਡਾਊਨ ਤੇ ਕਲੋਜ਼ ਬਟਨ।
ਤਾਂ ਮਿਨੀਮਾਈਜ਼ ਦਾ ਮਤਲਬ ਕੀ ਹੁੰਦਾ, ਜਦੋਂ ਅਸੀਂ ਆਪਣੀ ਫਾਈਲ ਨੂੰ ਮਿਨੀਮਾਈਜ਼ ਕਰਕੇ ਕੋਈ ਹੋਰ ਕੰਮ ਕਰਨਾ ਹੈ, ਠੀਕ ਹੈ। ਇਸ ਨੂੰ ਮੈंने मिनिमाइज़ कर दिया, ठीक है। उस तो बाद अगर मैं इसनों ऑन करना है, मतलब मैक्सीमाइज़ करना है, तो मैं इस पर मैक्सीमाइज़ से क्लिक करूँगी। उस तो बाद रीस्टोर डाउन होंदा है राजे, अपने जो डॉक्यूमेंट फाइल है उसमें छोटा करना है, बॉक्स बना के छोटा काम करना चाहते हो, क्योंकि साइड से तुसी कुछ होर चीज़ देखनी है। अगर उसमें मैक्सीमाइज़ कर दूँगे तो वो बड़ा हो जाएगा। उसी तरह क्लोज़ बटन का मतलब की है, अगर थोड़ी फाइल सेव है तो तुसी उसनों क्लोज़ करोगे, ठीक है। तो अगर मैं इसनों क्लोज़ कर रही हाँ, देखो क्लोज़ हो गई है फाइल। हुण आपां उस दे विच कोई टास्क नहीं कीता सी, अपनी फाइल सेव हो गई है तो क्लोज़ हो गई है। अगर मान लो असी अपनी फाइल नूं खोलते हैं दोबारा तो, ठीक है, ओपन कर रहे हैं आप दोबारा तो अपनी फाइल नूं, ते मैं उस दे विच कुछ लिख दिया, नैक्सट आके नैक्सट डे मैनूं कुछ होर नवां पता लग गया, ठीक है, तो मैंने वो लिख दिया। जिवें मैं इत्थे कुछ होर ऐड कर दिंदे हैं, ठीक है, जिवें मैंने ये लिख दिया। हुण आपां ने इहदे विच कुछ अपडेशन करती ना, एडिशन करती, तो अगर मैं इसनूं ऐदां ही क्लोज़ करूँगी तो मैनूं पुछूंगा डू यू वॉन्ट टू सेव, डू यू वॉन्ट टू चेंजिस यू मेड टू IT क्लास, ठीक है। जो भी असी चेंजिस किए ने उन्होंने तुसी सेव करना चाहते हो कि डोंट सेव करना चाहते हो। अगर मैं डोंट सेव कर दूँगी राजी तो ये जो भी मैं चेंज किया है वो नहीं होना। अगर मैं इसनूं सेव करूँगी तो वो सेव हो जाएगा, ठीक है। उस तो बाद मेरी जो फाइल है वो की हो जाएगी, क्लोज़ हो जाएगी, ठीक है। तो राजे देखो हुण आपां ने एक डॉक्यूमेंट दे विच असीं एक डॉक्यूमेंट नूं खोलना जां बनाउणा भी सीखिया है, भी एक डॉक्यूमेंट नूं असीं किवें बना सकदे हां, ठीक है। उस तो बाद असीं डॉक्यूमेंट नूं सेव करना सीखिया है, एक डॉक्यूमेंट नूं असीं किवें सेव करना है, तो उस तो बाद असीं एक डॉक्यूमेंट नूं किवें क्लोज़ करना है। तो ये सारी चीज़ां असीं सीख लियां ने। हुण तुहाडा जो अभ्यास है, जो तुसीं प्रैक्टिस करनी है, वो थोड़ी प्रैक्टिस की है, तुसीं एक वर्ड प्रोसैसर नूं शुरू करके देखना है कि तुसीं एक वर्ड प्रोसैसर किवें शुरू करोगे। उस तो बाद तुसीं टूल बार की पहचान करनी है, जो जो भी मैं तुहानूं दस्सियां ने। फिर ये तुसीं एक नवां डॉक्यूमेंट तैयार करना है, ठीक है। उस तो बाद तुसीं डॉक्यूमेंट नूं सेव करना है तो बंद करना है, ठीक है। तो राजे जो अज दा अपना ये सैशन सी वो इन्ना ही सी, जिस दे विच तुसीं एक नवां डॉक्यूमेंट बनाना सीखिया। तुसीं वर्ड डॉक्यूमेंट नूं किवें सर्च करना है, तुसीं अपना रन बॉक्स दे विच जाके भी सर्च कर सकते हो, जां ऑल प्रोग्राम्स दे विच जाके भी सर्च कर सकते हो, ठीक है। तो उस तो बाद तुसीं फाइल नूं किवें सेव करना है, किवें एडिट करना है। तो आई होप स्टूडेंट्स तुहानूं अज दा सैशन समझ आ गया होवेगा ते पसंद भी आया होवेगा। नैक्सट सैशन 'च फिर मिलांगे। बाय बाय, टेक केयर।